ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਵੀਵੀਆਈਪੀਜ਼ ਦੀ ਸੁਰੱਖਿਆ ਤੇ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ। ਸਭ ਦੀ ਸੁਰੱਖਿਆ ਮੁੜ ਬਹਾਲ ਕਰਨ ਦੇ ਆਦੇਸ਼ ਦਿੱਤੇ ਗਏ ਨੇ। ਵੀਵੀਆਈਪੀਜ਼ ਦੀ ਸੁਰੱਖਿਆ ਤੇ ਹਾਈ ਕੋਰਟ ਦਾ ਬਹੁਤ ਵੱਡਾ ਫੈਸਲਾ, ਸਭ ਦੀ ਸੁਰੱਖਿਆ ਮੁੜ ਬਹਾਲ ਕਰਨ ਦੇ ਆदेश ਦਿੱਤੇ गए ਨੇ। ਸੁਰੱਖਿਆ ਕਟੌਤੀ ਤੇ ਰੋਕ ਲਗਾ ਦਿੱਤੀ ਗਈ ਹੈ। ਸਮੀਖਿਆ ਤੋਂ ਬਾਅਦ ਹੀ ਇਸ ਤਰੀਕੇ ਦਾ ਫੈਸਲਾ ਲਿਆ ਜਾਵੇ। ਫਿਲਹਾਲ ਪਹਿਲਾਂ ਵਾਲੀ ਸਿਚੁਏਸ਼ਨ ਜਿਹੜੀ ਹੈਗੀ ਉਸ ਨੂੰ ਬਰਕਰਾਰ ਰੱਖਿਆ ਜਾਵੇਗਾ। ਵੀਵੀਆਈਪੀਜ਼ ਦੀ ਸੁਰੱਖਿਆ ਤੇ ਜਿਹੜੀ ਕਟੌਤੀ ਕੀਤੀ ਗਈ ਸੀ ਉਸ ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ। ਵੱਡਾ ਫੈਸਲਾ ਜਿਹੜਾ ਹੈਗਾ ਪਹਿਲਾਂ ਵਾਲੀ ਸਿਚੁਏਸ਼ਨ ਜਿਹੜੀ ਹੈਗੀ ਹੈ ਉਸ ਨੂੰ ਬਹਾਲ ਰੱਖਿਆ ਜਾਵੇਗਾ। ਸਭ ਦੀ ਸੁਰੱਖਿਆ ਮੁੜ ਬਹਾਲ ਕਰਨ ਦੇ ਆदेश ਦਿੱਤੇ ਗਏ ਨੇ ਹਾਈ ਕੋਰਟ ਦੇ ਵੱਲੋਂ। ਵੀਵੀਆਈਪੀਜ਼ ਦੀ ਸੁਰੱਖਿਆ ਦਾ ਮਸਲਾ ਔਰ ਇਸ ਤੇ ਹਾਈ ਕੋਰਟ ਦਾ ਇਹ ਵੱਡਾ ਫੈਸਲਾ, ਸਭ ਦੀ ਸੁਰੱਖਿਆ ਮੁੜ ਬਹਾਲ ਕਰਨ ਦੇ ਆदेश ਦਿੱਤੇ ਗਏ ਨੇ। ਸਮੀਖਿਆ ਤੋਂ ਬਾਅਦ ਅਗਲਾ ਫੈਸਲਾ ਲਵੇ ਸਰਕਾਰ। ਹਾਈ ਕੋਰਟ ਨੇ ਕਿਹਾ ਹੈ ਪੰਜਾਬ ਦੇ ਵਿੱਚ ਵੀਆਈਪੀ ਦੀ ਸੁਰੱਖਿਆ ਵਾਪਸ ਲੈਣ ਦੇ ਮਾਮਲੇ ਤੇ ਸੁਣਵਾਈ ਹੋਈ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਤੇ ਹਾਈ ਕੋਰਟ ਨੇ ਹੁਕਮ ਜਾਰੀ ਕਰ ਦਿੱਤੇ ਨੇ। ਸਰਕਾਰ ਉਹਨਾਂ ਸਾਰੇ ਲੋਕਾਂ ਦੀ ਸੁਰੱਖਿਆ ਦੀ ਸਮੀਖਿਆ ਮੁੜ ਕਰੇ ਔਰ ਸਮੀਖਿਆ ਕਰਨ ਵੇਲੇ ਸੂਬਾ ਅਤੇ ਕੇਂਦਰੀ ਏਜੰਸੀ ਦਾ ਇਨਪੁਟ ਜਿਹੜਾ ਹੈਗਾ ਲਿਆ ਜਾਵੇ। ਕਾਫੀ ਅਹਿਮ ਫੈਸਲਾ ਹਾਈ ਕੋਰਟ ਦਾ। ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਫੋਨ ਲਾइन से जुड़ रहे हैं। उमेश, ਵੱਡਾ ਫੈਸਲਾ ਹਾਈ ਕੋਰਟ ਦਾ और जिस तरीके हाई कोर्ट ने कहा है कि पहला वाली सिचुएशन जिहड़ी हैगी वो बहाल रखी जावे, यानी जिसनों पहला जिन्नी सुरक्षा मिली हुई सी वो सुरक्षा उसनों दे दी जावे और बाद में चेंज करने बारे फैसला होवे। उमेश, 33 पेजां ਦਾ फैसला है क्योंकि ये भी फैसला रिजर्व रखा गया सीगा तो हुण फैसला आया है और ਇਹਦੇ ਵਿੱਚ ਸਾਫ਼ ਇੱਕ ਗੱਲ ਹੈ ਕਿ ਰੀਅਸੈਸਮੈਂਟ यानी कि ਜਿਹੜੀ ਤੁਸੀਂ ਅਸੈਸਮੈਂਟ ਦੀ ਗੱਲ ਸਰਕਾਰ ਨੇ ਜਦੋਂ ਆਪਣਾ ਇਹ ਪੱਖ ਰੱਖਿਆ ਸੀਗਾ ਕਿ ਫਰੈਸ਼ ਅਸੈਸਮੈਂਟ होनी चाहिए है स्टेट सेंट्रल एजेंसियां नाल, वो गल मनी भी है कोर्ट ने। और यथा स्थिति यानी कि जिन्होंने कोल 2 सीगे गार्ड सीगे या 4 गार्ड सीगे जिन्ने सीगे वो पहले वाले उन्होंने प्रोवाइड किए जाए, जिन्होंने कोल नहीं सीगा उन्होंने एक दिता जाए। और ये सिचुएशन पहला भी सीगी क्योंकि कोर्ट भी सरकार ने कहा सीगा कि घल्लू घर है जो सीगा घल्लू घर तो बाद सिक्योरिटी जिन्हों की एक घटाए सीगे उन्होंने असीं वापस दिते हैं और जिहड़े मंग रहे सीगे कि उन्हों की असैसमेंट करनी चाहिए है कि क्या वाकई थ्रेट परसैप्शन है या नहीं है। इस कोर्ट ने लेके कहा कि ये तुसी जिहड़ा असैसमेंट है ये की जाए स्टेट सेंट्रल एजेंसियां नाल दे इनपुट लिते जाण, नाले जिस बंदे नूं एक खदशा है सिक्योरिटी का उस तो भी इनपुट लिते जाण कि वो की कहना, वो किस तरीके नाल अपना इनपुट देना चाहता है। तो असैसमेंट की जिहड़ी गल है किते ना किते सरकार दी जदों वो मनी है और नाले यथा स्थिति बनाए जाण दे भी हुक्म दिते ने। और नाले एक गल होर कहा कि ये जिहड़े डॉक्यूमेंट भी लीक होया सीगा सिक्योरिटी नूं लैके, उहदे विच भी कोर्ट ने कहा, हालांकि नाम नहीं कोर्ट ने लिया, कि कई बार ਇਹੋ ਜਿਹੀ ਚੀਜ਼ਾਂ ਦਾ ਫਾਇਦਾ ਜਿਹੜੇ ਸ਼ਰਾਰਤੀ ਤੱਤਵ ਹੁੰਦੇ ਨੇ ਉਹ ਉਠਾ ਲੈਂਦੇ ਨੇ। ਤਾਂ ਇਸ ਤੋਂ ਵੀ ਦੇਖਣਾ ਚਾਹੀਦਾ, ਫਿਊਚਰ ਵਿੱਚ ਇਹਦਾ ਧਿਆਨ ਰੱਖਣਾ ਚਾਹੀਦਾ। ਹੁਣ ਇਹ ਕਿ ਜਿਹੜੀ ਫਰੈਸ਼ ਅਸੈਸਮੈਂਟ ਹੋਏਗੀ ਜਿਹੜੇ ਵੀ ਸਿਕਿਉਰਿਟੀ, ਕਿਉਂਕਿ 45 ਪਟੀਸ਼ਨਾਂ ਸੀਗੀਆਂ ਗਗਨ, 45 ਪਟੀਸ਼ਨਰ ਇਸ ਮਾਮਲੇ ਵਿੱਚ ਹਾਈ ਕੋਰਟ 'ਚ ਪਹੁੰਚੇ ਸੀਗੇ, ਜਿਹਦੇ ਵਿੱਚ ਕਈ ਸਾਬਕਾ ਮੰਤਰੀ ਵਿਧਾਇਕ ਵੀ ਸੀਗੇ। ਜੇ ਓਪੀ ਸੋਨੀ ਦਾ ਜ਼ਿਕਰ ਕਰੀਏ, ਪਰ ਪਿੰਕੀ ਦਾ ਜ਼ਿਕਰ ਕਰੀਏ, ਹੋਰ ਵੀ ਕਈ ਸੀਗੇ ਜਿਹੜੇ ਐਕਸ ਐਮਐਲਏ ਤੇ ਸਾਬਕਾ ਮੰਤਰੀ ਕਈ ਉਹ ਪਹੁੰਚੇ ਸੀਗੇ। ਕੁੱਲ ਮਿਲਾ ਕੇ 45 ਐਪਲੀਕੇਸ਼ਨਾਂ ਗਗਨ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਆਈ ਸੀਗੀ, ਜਿਹਨੂੰ ਖਦਸ਼ਾ ਜਤਾਇਆ ਸੀਗਾ ਕਿ ਇਹਨਾਂ ਨੂੰ ਸਿਕਿਉਰਿਟੀ ਵਾਪਸ ਦਿੱਤੀ ਜਾਵੇ। ਤਾਂ ਹੁਣ ਕੋਰਟ ਨੇ ਕਿਹਾ ਘੱਟ ਤੋਂ ਘੱਟ 21 ਗਾਰਡ ਤਾਂ ਜਿਹੜਾ ਹੋਣਾ ਚਾਹੀਦਾ। ਔਰ ਕਈ ਪਹਿਲਾਂ ਪਟੀਸ਼ਨਾਂ ਵਿੱਚ ਵੀ ਗਗਨ ਜਦੋਂ ਵੀ ਅਸੀਂ ਕਈ ਸਿਕਿਉਰਿਟੀ ਮੈਟਰ ਦੇਖੇ ਤੇ ਕੋਰਟ ਨੇ ਕਿਹਾ ਵੀ ਚਲੋ ਫੋਰ ਦਾ ਟਾਈਮਿੰਗ ਤੁਸੀਂ ਇਹਨਾਂ ਨੂੰ 1 ਜਾਂ 2 ਗਾਰਡ ਦਿਓ। ਤਾਂ ਹੁਣ ਇਹ ਹੈ ਕਿ ਫਰੈਸ਼ ਅਸੈਸਮੈਂਟ ਹੋਏਗੀ ਔਰ ਇਹ ਧਿਆਨ ਰੱਖਿਆ ਜਾਏ ਕਿ ਲੀਕੇਜ ਇਹ ਗੱਲ ਬਾਹਰ ਨਾ ਆਏ, ਕਿਉਂਕਿ ਜਿੱਦਾਂ ਪਹਿਲੀ ਵਾਰ ਹੋਇਆ ਸੀਗਾ ਕਿ ਬਾਹਰ ਆਈ ਸੀ ਔਰ ਮੂਸੇਵਾਲੇ ਦਾ ਆਰਡਰ ਵਿੱਚ ਨਾ ਨਹੀਂ ਕਿਸੇ ਦਾ ਲਿਆ, ਲੇਕਿਨ ਇਹਨਾਂ ਜ਼ਰੂਰ ਕਿਹਾ ਕਿ ਇਦਾਂ ਦਾ ਜਿਹੜੀ ਇਹ ਡਾਕੂਮੈਂਟ ਲੀਕ ਹੁੰਦੇ ਆ ਵੀ ਸਿਕਿਉਰਿਟੀ ਘਟਾਤੀ ਗਈ ਤਾਂ ਇਹ ਕਿਤੇ ਨਾ ਕਿਤੇ ਅਸਮਾਜਿਕ ਤੱਤਵ ਨੇ ਜਿਹੜੇ ਆਨਸਰ ਨੇ, ਸ਼ਰਾਰਤੀ ਆਨਸਰ ਨੇ, ਉਹ ਇਹਦਾ ਫਾਇਦਾ ਚੱਕਦੇ ਨੇ। ਤਾਂ ਹੁਣ ਦੇਖਣਾ ਹੋਏਗਾ ਕਿ ਅਸੈਸਮੈਂਟ ਕਦੋਂ ਹੋਊਗੀ। ਇਹ ਕਿਹਾ ਜਾ ਸਕਦਾ ਹੈ ਕਿ ਇੱਕ ਵੱਡਾ ਫੈਸਲਾ ਜਿਹੜਾ ਸਟੇਟ ਗਵਰਨਮੈਂਟ ਨੇ ਲਿਆ ਔਰ ਜਿਸ ਦਾ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਕਿ ਉਸ ਫੈਸਲੇ ਨੂੰ ਲੈ ਕੇ ਹੁਣ ਸਟੇਟ ਗਵਰਨਮੈਂਟ ਵੀ ਕਿਤੇ ਨਾ ਕਿਤੇ ਬੈਕਫੁੱਟ ਤੇ ਆਈ ਹੈ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ। ਗਗਨ ਦੇਖੋ, ਜੇ ਆਪਾਂ ਸਿਰਫ ਕੋਰਟ ਦੇ ਫੈਸਲੇ ਦੀ ਗੱਲ ਕਰੀਏ ਜਾਂ ਰਾਜਨੀਤੀ ਦੀ ਆਪਾਂ ਗੱਲ ਸਾਈਡ ਤੇ ਰੱਖੀਏ, ਕੋਰਟ ਵਿੱਚ ਪੰਜਾਬ ਦੇ ਜਦੋਂ ਉਸ ਟਾਈਮ ਐਡਵੋਕੇਟ ਜਨਰਲ ਬਣੇ ਸੀਗੇ ਉਹਨਾਂ ਨੇ ਵੀ ਸਾਫ਼ ਕਿਹਾ ਸੀਗਾ ਕਿ ਅਸੈਸਮੈਂਟ ਕਰਨੀ ਚਾਹੀਦੀ ਹੈ, ਵੀ ਅਸੀਂ ਅਸੈਸਮੈਂਟ ਕਰਾਂਗੇ ਕਿਉਂਕਿ ਥ੍ਰੈਟ ਪਰਸੈਪਸ਼ਨ ਜਿਹੜਾ ਹੈਗਾ ਉਹ ਅਸੈਸਮੈਂਟ ਦੇ ਬੇਸ ਤੇ ਹੀ ਹੁੰਦਾ। ਉਹ ਨਾ ਤਾਂ ਕੋਈ ਸਰਕਾਰੀ ਵਕੀਲ ਜਾਂ ਕੋਈ ਸਰਕਾਰ ਆਪਣੇ ਲੈਵਲ ਤੇ ਕਰਦੀ ਹੈ, ਉਹ ਥ੍ਰੈਟ ਪਰਸੈਪਸ਼ਨ ਜਿਹੜੀ ਹੈਗੀ ਹੈ ਉਹ ਏਜੰਸੀਆਂ ਦੇ ਇਨਪੁਟ ਦੇ ਉੱਤੇ ਡਿਪੈਂਡ ਕਰਦਾ ਹੈ। ਔਰ ਇਹੀ ਗੱਲ ਐਡਵੋਕੇਟ ਜਨਰਲ ਜਿਹੜੇ ਬਣੇ ਸੀਗੇ ਉਸ ਟਾਈਮ ਨਵੇਂ ਵਿਨੋਦ ਘਈ ਨੇ ਕਹੀ ਸੀਗੀ ਕਿ ਫਰੈਸ਼ ਅਸੈਸਮੈਂਟ ਕਰਾਉਣੀ ਚਾਹੀਦੀ ਹੈ ਔਰ ਅਸੀਂ ਤਿਆਰ ਵੀ ਹਾਂ ਫਰੈਸ਼ ਅਸੈਸਮੈਂਟ ਕਰਨ ਲਈ। ਉਹਦੇ ਵਿੱਚ ਏਜੰਸੀਆਂ ਦਾ ਇਨਪੁਟ, ਸੈਂਟਰਲ ਇਨਪੁਟ ਜਿਹੜਾ ਵੀ ਹੋਏਗਾ
ਔਰ ਉਸ ਟਾਈਮ ਕੇਂਦਰ ਸਰਕਾਰ ਦੇ ਵਕੀਲ ਜਿਹੜੇ ਸੱਤਿਆਪਾਲ ਜੈਨ ਉਹਨਾਂ ਨੇ ਵੀ ਇਸ ਗੱਲ ਦਾ ਸਮਰਥਨ ਵੀ ਕੀਤਾ ਸੀ ਕਿ ਫਰੈਸ਼ ਅਸੈਸਮੈਂਟ ਅਸੈਸ ਹੋਣਾ ਚਾਹੀਦਾ, ਅਸੈਸਮੈਂਟ ਹੋਣੀ ਚਾਹੀਦੀ ਹੈ ਵੀ ਸਿਕਿਉਰਿਟੀ ਜਿਹੜਾ ਥ੍ਰੈਟ ਪਰਸੈਪਸ਼ਨ ਹੁੰਦਾ ਹੈ ਉਹ ਇਨਪੁਟ ਤੇ ਹੁੰਦਾ ਹੈ ਗਗਨ, ਉਹ ਕੋਈ ਬਿਲਕੁਲ ਕਿਤੇ ਨਾ ਕਿਤੇ ਰਿਵਿਊ ਜਿਹੜਾ ਹੈਗਾ ਉਹ ਹੋਣਾ ਚਾਹੀਦਾ, ਸਮੀਖਿਆ ਹੋਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਉਮੇਸ਼ ਇਸ तमाम ਜਾਣਕਾਰੀ ਦੇ ਲਈ। ਸੋਹਣ ਸਿੰਘ ਠੰਡਲ ਸਾਹਿਬ ਸਾਡੇ ਨਾਲ ਜੁੜੇ ਨੇ, ਅਕਾਲੀ ਆਗੂ। ਠੰਡਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਤੇ ਜਿਸ ਤਰੀਕੇ ਇਹ ਅੱਜ ਹਾਈ ਕੋਰਟ ਨੇ ਕਿਹਾ ਹੈ ਕਿ VVIPs ਦੀ ਸੁਰੱਖਿਆ ਜਿਹੜੀ ਹੈਗੀ ਹੈ ਉਸ ਨੂੰ ਪਹਿਲਾਂ ਵਾਂਗ ਬਹਾਲ ਰੱਖਿਆ ਜਾਵੇਗਾ, ਪਹਿਲਾ ਪ੍ਰਤੀਕਰਮ ਤੁਹਾਡਾ। ਦੇਖੋ ਗੱਲ ਇਹ ਹੈ ਕਿ ਜਦੋਂ ਸਰਕਾਰ ਬਣੀ ਆ ਭਗਵੰਤ ਮਾਨ ਜੀ ਦੀ, ਇਹਨਾਂ ਨੇ ਕੁਝ ਇਦਾਂ ਦੇ ਫੈਸਲੇ ਲਏ ਆ ਜਿਹੜੇ ਫੈਸਲੇ ਬਗੈਰ ਸੋਚੇ ਸਮਝੇ ਕੀਤੇ ਸੀ, ਔਰ ਸਾਰੇ ਜਿਹੜੇ ਆ VVIP ਉਹਨਾਂ ਕਿਸੇ ਦਾ ਪੜਚੋੜ ਨਹੀਂ ਕੀਤੀ ਤੇ ਉਹਨਾਂ ਦੀ ਯਕਦਮ ਸਿਕਿਉਰਿਟੀ ਵਾਪਸ ਲੈ ਲਈ, ਜਿਨ੍ਹਾਂ ਦੇ ਵਿੱਚ ਮੈਂ ਵੀ ਉਹਨਾਂ ਜਿਹੜਾ 25 ਸਾਲ ਰਾਜਨੀਤੀ ਵਿੱਚ ਰਿਹਾ, ਮੈਂ 4 ਵਾਰੀ MLA ਬਣਿਆ, ਤੇ ਉਹਦੇ ਨਾਲ ਕੋਈ ਦੇਖਿਆ ਨਹੀਂ ਕਿਹੜਾ ਬੰਦਾ ਕਿਸੇ ਨੂੰ ਥ੍ਰੈਟ ਵਾ ਜਾਂ ਕੀ ਆ, ਉਹਦਾ ਬੜਾ ਸਾਰੇ ਪੰਜਾਬ ਦੇ ਵਿੱਚ ਅਸਰ ਗਿਆ। ਕਿਵੇਂ ਜਿਹੜੇ ਆ ਗੈਂਗਸਟਰ ਜਿਹੜੇ ਉਹਨਾਂ ਨੇ ਮਰਡਰ ਵੀ ਕੀਤੇ ਆ, ਰੂਟ ਸੈਟਿੰਗ ਆ ਰਹੀ ਆ, ਸੋ ਉਹਦੇ ਸੰਬੰਧ ਦੇ ਵਿੱਚ ਸਾਰੇ ਜਿਹੜੇ ਆ VVIP ਦੇ ਆ ਇਹ ਸੀਗਾ, ਤੇ ਮੈਂ ਆਪ ਖੁਦ ਜਿਹੜੀ ਆ ਇਹ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ, ਤੇ ਉਹਦਾ ਮਾਨਯੋਗ ਕੋਰਟ ਨੇ ਫੈਸਲਾ ਪਹਿਲਾਂ ਰਿਜ਼ਰਵ ਰੱਖਿਆ ਸੀ, ਤੇ ਕੱਲ ਹੀ ਉਹਨਾਂ ਨੇ ਉਹ ਸਾਰੀਆਂ ਜਿਹੜੀਆਂ ਐਪਲੀਕੇਸ਼ਨਾਂ ਇਕੱਠੀਆਂ ਹੋਈਆਂ ਉਹ ਡਿਸਪੋਜ਼ ਕਰਤੀਆਂ ਦੇ ਨਾਲ ਆਪਣੀ ਡਾਇਰੈਕਸ਼ਨ ਦੇ ਦਿੱਤੀ ਆ। ਸੋ ਮੈਂ ਵੈਲਕਮ ਕਰਦਾ ਇਹ ਸਰਕਾਰ ਨੂੰ, ਅਧਿਕਾਰ ਵਾ ਕਿ ਉਹ ਸਾਰਿਆਂ ਨੇ ਚੈੱਕ ਕਰੇ ਕਿ ਕਿੱਥੇ ਕਿੱਥੇ ਲੋੜ ਆ। ਸਾਨੂੰ ਕੋਈ ਸ਼ਾਨ ਲੈਣੀ ਚਾਹੀਦੇ ਹੁੰਦੇ, ਲੋਕਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਪੋਜੀਸ਼ਨ ਬਹੁਤ ਖਰਾਬ ਆ, ਜਿੱਥੇ ਮਰਜ਼ੀ ਤੁਸੀਂ ਦੇਖੋ ਲੋਕ ਫਾਇਰਿੰਗ ਕਰਦੇ ਆ, ਲੁੱਟਾਂ ਖੋਹਾਂ ਹੋ ਰਹੀਆਂ। ਜੇ ਸਾਡੇ ਵਰਗੇ ਬੰਦੇ ਜਿੱਦਾਂ ਮੇਰੇ ਕੋਲ ਜੇਲ੍ਹ ਮਹਿਕਮਾ ਰਿਹਾ, ਹੋਰ ਮਹਿਕਮੇ 'ਚ ਕੰਮ ਕੀਤੇ ਆ, ਜੇ ਅਸੀਂ ਆਪ ਖੁਦ ਸੇਫ ਨਹੀਂ ਤਾਂ ਅਸੀਂ ਹੋਰ ਬਾਕੀ ਦੇ ਕੀ ਕੰਮ ਕਰਦੇ ਜਾਵਾਂਗੇ। ਇਸ ਕਰਕੇ ਮੈਂ ਵੈਲਕਮ ਵੀ ਕਰਦਾ, ਤੇ ਮੈਂ ਸਰਕਾਰ ਨੂੰ ਬੇਨਤੀ ਵੀ ਕਰਾਂਗਾ ਕਿ ਪਾਰਟੀਬਾਜ਼ੀ ਨਾ ਦੇਖੋ, ਇਹਦੇ ਵਿੱਚ ਆਪਾਂ ਨੂੰ ਪੰਜਾਬ ਦਾ ਮਾਹੌਲ ਠੀਕ ਰੱਖਣਾ। ਸਾਰੇ VVIP ਕਿਸੇ ਵੀ ਪਾਰਟੀ ਦੇ ਹੋਣ, ਉਹਨਾਂ ਨੇ ਪੰਜਾਬ ਲਈ ਕੰਮ ਕੀਤੇ ਆ, ਅਸੀਂ ਪੰਜਾਬ ਲਈ ਕੰਮ ਕੀਤੇ ਆ, ਸੋ ਜੋ ਫੈਸਲਾ ਹੋਇਆ ਉਹਨੂੰ ਵੈਲਕਮ ਕਰਨੇ। ਬਹੁਤ ਬਹੁਤ ਸ਼ੁਕਰੀਆ ਠੰਡਲ ਸਾਹਿਬ ਸਾਡੇ ਨਾਲ ਗੱਲ ਕਰਨ ਦੇ ਲਈ। ਸੋਹਣ ਸਿੰਘ ਠੰਡਲ ਅਕਾਲੀ ਆਗੂ ਸਾਡੇ ਨਾਲ ਗੱਲ ਕਰ ਰਹੇ ਸੀਗੇ, ਮੰਤਰੀ ਵੀ ਰਹੇ ਨੇ ਸਾਬਕਾ ਸਰਕਾਰ ਦੇ ਵਿੱਚ, ਤੇ ਇਸ ਵੇਲੇ ਸੁਰੱਖਿਆ ਜਿਹੜੀ ਹੈਗੀ ਉਹ ਕਿਉਂ ਜ਼ਰੂਰੀ ਹੈਗੀ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੇ ਹਾਲਾਤ ਜਿਹੜੇ ਹੈਗੇ ਇਸ ਵੇਲੇ ਪੰਜਾਬ ਦੇ ਵਿੱਚ ਕੰਟਰੋਲ ਦੇ ਵਿੱਚ ਨਹੀਂ ਨੇ, ਔਰ ਅਜਿਹੇ ਵਿੱਚ ਜਿਹੜਾ ਹੈਗਾ ਫਿਲਹਾਲ ਜਿਹੜਾ ਕੋਰਟ ਨੇ ਫੈਸਲਾ ਲਿਆ ਉਸ ਦਾ ਅਸੀਂ ਸਵਾਗਤ ਕਰਦੇ ਹਾਂ, ਔਰ ਸਰਕਾਰ ਨੂੰ ਵੀ ਇਹ ਦੇਖਣਾ ਚਾਹੀਦਾ ਕਿ ਸਮੀਖਿਆ ਜਿਹੜੀ ਹੈਗੀ ਬਕਾਇਦਾ ਉਹ ਕੀਤੀ ਜਾਵੇ, ਔਰ ਉਸ ਤੋਂ ਬਾਅਦ ਇਸ ਤਰੀਕੇ ਦੇ ਫੈਸਲੇ ਜਿਹੜੇ ਹੈਗੇ ਉਹ ਲਏ ਜਾਣ। ਤੁਹਾਨੂੰ ਦੱਸਦੀ ਹੈ ਅਹਿਮ ਫੈਸਲਾ, ਵੱਡਾ ਫੈਸਲਾ ਜਿਹੜਾ ਹੈਗਾ VVIPs ਦੀ ਸੁਰੱਖਿਆ ਤੇ ਹਾਈ ਕੋਰਟ ਦਾ ਵੱਡਾ ਫੈਸਲਾ ਹੈ। ਸਭ ਦੀ ਸੁਰੱਖਿਆ ਮੁੜ ਬਹਾਲ ਕਰਨ ਦੇ ਆਦੇਸ਼ ਜਿਹੜਾ ਹੈਗਾ ਹਾਈ ਕੋਰਟ ਨੇ ਦਿੱਤੇ ਨੇ। ਸਮੀਖਿਆ ਤੋਂ ਬਾਅਦ ਹੀ ਅਗਲਾ ਫੈਸਲਾ ਸਰਕਾਰ ਲਵੇ। ਸੁਰੱਖਿਆ ਕਟੌਤੀ ਤੇ ਫਿਲਹਾਲ ਦੀ ਘੜੀ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਜਨਤਕ ਕਰਨਾ ਵੀ ਗਲਤ ਸੀਗਾ, ਇਸ ਤੇ ਵੀ ਜਿਹੜਾ ਹੈਗਾ ਇਸ ਦਾ ਵੀ ਖਿਆਲ ਰੱਖਿਆ ਜਾਵੇ। ਇਸ ਦਾ ਲਾਹਾ ਕਈ ਗਲਤ ਅੰਸਰ ਚੁੱਕ ਲੈਂਦੇ ਨੇ, ਇਸ ਗੱਲ ਦਾ ਵੀ ਜਿਹੜਾ ਹੈਗਾ ਖਿਆਲ ਰੱਖਿਆ ਜਾਵੇ ਕਿ ਅਜਿਹੀ ਜਾਣਕਾਰੀ ਜਿਹੜੀ ਹੈਗੀ ਹੈ ਉਹ ਪਬਲਿਕ ਨਾ ਕੀਤੀ ਜਾਵੇ। ਸੋ ਹਾਈ ਕੋਰਟ ਦਾ ਇੱਕ ਵੱਡਾ ਫੈਸਲਾ, ਔਰ ਹਾਈ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਸੁਰੱਖਿਆ ਕਟੌਤੀ ਤੇ ਫਿਲਹਾਲ ਦੀ ਘੜੀ ਕਿਤੇ ਨਾ ਕਿਤੇ ਰੋਕ ਲਗਾ ਦਿੱਤੀ ਹੈ, ਔਰ ਪਹਿਲਾਂ ਵਾਲੀ ਸਥਿਤੀ ਜਿਹੜੀ ਸੀਗੀ ਉਸ ਨੂੰ ਬਰਕਰਾਰ ਰੱਖਣ ਦੇ ਹੁਕਮ ਜਿਹੜਾ ਹੈਗਾ ਉਹ ਜਾਰੀ ਕੀਤੇ ਗਏ ਨੇ। ਸੋ VVIPs ਦੀ ਸੁਰੱਖਿਆ ਤੇ ਹਾਈ ਕੋਰਟ ਦਾ ਇਹ ਵੱਡਾ ਫੈਸਲਾ ਹੈ, ਔਰ ਸੁਰੱਖਿਆ ਕਟੌਤੀ ਤੇ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਨੇ। ਸਭ ਦੀ ਸੁਰੱਖਿਆ ਜਿਹੜੀ ਹੈਗੀ ਹੈ ਮੁੜ ਬਹਾਲ ਕੀਤੀ ਜਾਵੇ। ਜਿਨ੍ਹਾਂ ਨੂੰ ਸਿਕਿਉਰਿਟੀ ਗਾਰਡਸ ਨਹੀਂ ਦਿੱਤੇ ਗਏ ਸੀ ਉਹਨਾਂ ਨੂੰ ਵੀ ਇੱਕ ਸਿਕਿਉਰਿਟੀ ਗਾਰਡ ਦਿੱਤਾ ਜਾਵੇ। ਇਸ ਤਰੀਕੇ ਦਾ ਫੈਸਲਾ ਵੀ ਹਾਈ ਕੋਰਟ ਨੇ ਫਿਲਹਾਲ ਦੀ ਘੜੀ ਦਿੱਤਾ ਹੈ। ਹਾਲਾਤ ਨੂੰ ਵੇਖਦੇ ਹੋਏ ਸਰਕਾਰ ਜਿਹੜੀ ਹੈਗੀ ਸਮੀਖਿਆ ਕਰੇ, ਔਰ ਸਮੀਖਿਆ ਕਰਨ ਵੇਲੇ ਕੀ ਕੁਝ ਖਿਆਲ ਰੱਖਣਾ ਚਾਹੀਦਾ ਹੈ। ਸਮੀਖਿਆ ਕਰਨ ਵੇਲੇ ਸਟੇਟ ਏਜੰਸੀਜ਼ ਦਾ ਇਨਪੁਟ, ਸੈਂਟਰਲ ਏਜੰਸੀਜ਼ ਦਾ ਇਨਪੁਟ, ਉਸ ਸ਼ਖਸ ਦੀ ਡਿਮਾਂਡ ਕੀ ਹੈਗੀ ਹੈ, ਉਸ ਸ਼ਖਸ ਦਾ ਰੁਤਬਾ ਕੀ ਹੈਗਾ, ਉਸ ਨੂੰ ਕਿੰਨੀ ਲੋੜ ਹੈ ਸਿਕਿਉਰਿਟੀ ਦੀ, ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਤਾਂ ਫੈਸਲਾ ਲਿਆ ਜਾਵੇ ਸਿਕਿਉਰਿਟੀ ਦੇ ਬਾਰੇ। ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ, ਔਰ ਜਿਸ ਤਰੀਕੇ ਜਨਤਕ ਕੀਤਾ ਗਿਆ ਉਹ ਜਨਤਕ ਨਹੀਂ ਸੀ ਹੋਣਾ ਚਾਹੀਦਾ। ਹਾਈ ਕੋਰਟ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਇਸ ਤਰੀਕੇ ਦੀ ਤਸਵੀਰ ਜਿਹੜੀ ਹੈਗੀ ਹੈ ਉਹ ਸਾਹਮਣੇ ਨਾ ਆਵੇ, ਜਨਤਕ ਨਾ ਕੀਤੇ ਜਾਣ, ਕਿਉਂਕਿ ਇਹ ਅਹਿਮ ਤੱਥ ਹੁੰਦੇ ਨੇ। ਇਸ ਤਰੀਕੇ ਦੇ ਤੱਥ ਜਿਹੜੇ ਹੈਗੇ ਹੈ ਉਹ ਪਬਲਿਕਲੀ ਸਾਹਮਣੇ ਨਹੀਂ ਆਣੇ ਚਾਹੀਦੇ। ਲੋਕਾਂ ਦੀ ਸੁਰੱਖਿਆ ਦੇ ਨਾਲ ਜੁੜਾ ਮਸਲਾ ਹੈ, VVIPs ਦੀ ਸੁਰੱਖਿਆ ਦੇ ਨਾਲ ਜੁੜਾ ਮਸਲਾ ਹੈ। ਇਹ ਸਿਰਫ ਸ਼ੋਸ਼ੇਬਾਜ਼ੀ ਦੇ ਲਈ ਇਸ ਨੂੰ ਦਿਖਾ ਦੇਣਾ ਕਿ ਅਸੀਂ ਇੰਨੀ ਸਿਕਿਉਰਿਟੀ ਘਟਾ ਦਿੱਤੀ ਹੈ, ਇਹ ਸਹੀ ਨਹੀਂ ਹੈਗਾ। ਕਿਤੇ ਨਾ ਕਿਤੇ ਹਾਈ ਕੋਰਟ ਨੇ ਇੱਕ ਹਿਦਾਇਤ ਵੀ ਦਿੱਤੀ ਹੈ ਕਿ ਪਬਲਿਕ ਨਾ ਹੋਵੇ, ਇਹ ਤੱਥ ਜਿਹੜੇ ਹੈਗੇ ਪਬਲਿਕ ਨਾ ਕੀਤੇ ਜਾਣ। ਅਜਿਹੀ ਰਿਪੋਰਟ ਜਿਹੜਾ ਹੈਗਾ ਉਸ ਨੂੰ ਪਬਲਿਸ਼ ਨਾ ਕੀਤਾ ਜਾਵੇ।
ਤੇ ਸੁਰੱਖਿਆ ਜਿਹੜੀ ਹੈਗੀ ਹੈ ਫਿਲਹਾਲ ਜਿਹੜਾ ਹੈਗਾ ਪਹਿਲਾਂ ਜਿਹੜੀ ਸੁਰੱਖਿਆ ਦਿੱਤੀ ਗਈ ਸੀਗੀ ਉਸ ਨੂੰ ਬਹਾਲ ਰੱਖਿਆ ਜਾਵੇ। ਪਹਿਲਾਂ ਤੋਂ ਹੀ ਜਿਹੜੀ ਸੁਰੱਖਿਆ ਦਿੱਤੀ ਗਈ ਸੀਗੀ ਉਹ ਬਹਾਲ ਰਹੇਗੀ। ਹਾਈ ਕੋਰਟ ਨੇ ਆਪਣੇ ਹੁਕਮਾਂ ਵਿੱਚ ਕਹਿ ਦਿੱਤਾ ਹੈ। ਸਮੀਖਿਆ ਹਾਲਾਂਕਿ ਹਾਈ ਕੋਰਟ ਨੇ ਕਿਹਾ ਹੈ ਕਿ ਕੀਤੀ ਜਾਵੇਗੀ। ਹਾਈ ਕੋਰਟ ਨੇ ਕਿਹਾ ਕਿ ਸਮੀਖਿਆ ਬਕਾਇਦਾ ਹੋਵੇ, ਇਸ ਪੂਰੇ ਹਾਲਾਤ ਦੀ ਸਮੀਖਿਆ ਹੋਵੇ, ਸਿਕਿਉਰਿਟੀ ਜਿਹੜੀ ਦਿੱਤੀ ਗਈ ਹੈ ਉਸ ਦੀ ਸਮੀਖਿਆ ਹੋਵੇ, ਇੰਤਜ਼ਾਮ ਕਿਸ ਤਰੀਕੇ ਦੇ ਕੀਤੇ ਗਏ ਨੇ ਉਸ ਦੀ ਸਮੀਖਿਆ ਕੀਤੀ ਜਾਵੇ ਔਰ ਸਮੀਖਿਆ ਕਰਨ ਤੋਂ ਬਾਅਦ ਜਿਹੜਾ ਹੈਗਾ ਫਿਰ ਫੈਸਲਾ ਲਿਆ ਜਾਵੇ, ਮੁੜ ਜਿਹੜਾ ਹੈਗਾ ਫੈਸਲਾ ਲਿਆ ਜਾਵੇ। ਇਸ ਤਰੀਕੇ ਜਿਵੇਂ ਕਿ ਹੁਣ ਕੀਤਾ ਗਿਆ ਸੀਗਾ ਇਸ ਨੂੰ ਸਵੀਕਾਰਿਆ ਨਹੀਂ ਜਾ ਸਕਦਾ। ਸਮੀਖਿਆ ਕਰਨ ਵੇਲੇ ਸੂਬਾਈ ਅਤੇ ਕੇਂਦਰੀ ਏਜੰਸੀ ਦਾ ਇਨਪੁਟ ਜਿਹੜਾ ਹੈਗਾ ਉਹ ਜ਼ਰੂਰ ਲਿਆ ਜਾਵੇ। ਜਿਸ ਨੂੰ ਸੁਰੱਖਿਆ ਦਿੱਤੀ ਜਾਣੀ ਹੈ ਉਸ ਦਾ ਪੱਖ ਵੀ ਵੇਖਿਆ ਜਾਵੇ ਤੇ ਜਦੋਂ ਤੱਕ ਸੁਰੱਖਿਆ ਨੂੰ ਲੈ ਕੇ ਸਮੀਖਿਆ ਪੂਰੀ ਨਹੀਂ ਹੁੰਦੀ ਉਦੋਂ ਤੱਕ ਜਿਹੜੀ ਸੁਰੱਖਿਆ ਪਹਿਲਾਂ ਦਿੱਤੀ ਗਈ ਸੀਗੀ ਉਹੀ ਸਿਚੁਏਸ਼ਨ ਬਰਕਰਾਰ ਰੱਖੀ ਜਾਵੇ। ਕੋਰਟ ਨੇ ਕਿਹਾ ਕਿ ਭਵਿੱਖ ਵਿੱਚ ਖਿਆਲ ਰੱਖਿਆ ਜਾਵੇ ਕਿ ਸੁਰੱਖਿਆ ਵਾਪਸ ਲੈਣ ਦੇ ਕਾਗਜ਼ਾਤ ਜਿਹੜੇ ਹੈਗੇ ਉਹ ਜਨਤਕ ਨਾ ਕੀਤੇ ਜਾਣ। ਸੋ ਸਿੱਧੇ ਤੌਰ ਤੇ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਜਿਹੜਾ ਹੈਗਾ ਉਹ ਸੁਣਾਇਆ ਵੀਵੀਆਈਪੀ ਸੁਰੱਖਿਆ ਨੂੰ ਲੈ ਕੇ ਔਰ ਵੀਵੀਆਈਪੀ ਸੁਰੱਖਿਆ ਨੂੰ ਲੈ ਕੇ ਅਹਿਮ ਫੈਸਲਾ ਇਸ ਨੂੰ ਹਾਈ ਕੋਰਟ ਦਾ ਮੰਨਿਆ ਜਾਵੇਗਾ। ਸਰਕਾਰ ਦੇ ਲਈ ਕਿਤੇ ਨਾ ਕਿਤੇ ਫਿਲਹਾਲ ਜਵਾਬ ਸਰਕਾਰ ਵੱਲੋਂ ਕੀ ਦਿੱਤਾ ਜਾਂਦਾ ਹੈ ਇਹ ਆਪਣੇ ਆਪ ਵਿੱਚ ਵੇਖਣ ਵਾਲੀ ਗੱਲ ਹੈ ਕਿ ਸਰਕਾਰ ਵਾਲੇ ਪਾਸਿਓਂ ਇਸ ਫੈਸਲੇ ਤੇ ਕੀ ਜਵਾਬ ਦਿੱਤਾ ਜਾਂਦਾ ਹੈ, ਕਿਉਂਕਿ ਸਿੱਧੇ ਤੌਰ ਤੇ ਨਹੀਂ ਪਰ ਅਸਿੱਧੇ ਤੌਰ ਤੇ ਹਾਈ ਕੋਰਟ ਨੇ ਸਰਕਾਰ ਨੂੰ ਵੀ ਇੱਕ ਹਦਾਇਤ ਦਿੱਤੀ ਹੈ ਕਿ ਭਵਿੱਖ ਦੇ ਵਿੱਚ ਇਸ ਗੱਲ ਦਾ ਧਿਆਨ ਰੱਖੋ ਕਿ ਜਨਤਕ ਨਾ ਕਰੋ, ਅਜਿਹੇ ਡਾਕੂਮੈਂਟ ਜਿਹੜੇ ਹੈਗੇ ਉਹ ਜਨਤਕ ਨਹੀਂ ਹੋਣੇ ਚਾਹੀਦੇ। ਸੋ ਇਹ ਲਗਾਤਾਰ ਇੱਕ ਵੱਡਾ ਫੈਸਲਾ ਜਿਸ ਨੂੰ ਅਸੀਂ ਦੇਖ ਰਹੇ ਹਾਂ ਕਿ ਹਾਈ ਕੋਰਟ ਦੇ ਵਿੱਚ ਇਹ ਵੱਡਾ ਫੈਸਲਾ ਜਿਹੜਾ ਹੈਗਾ ਉਹ ਲਿਆ ਗਿਆ। ਸੁਰੱਖਿਆ ਕਟੌਤੀ ਤੇ ਜਿਹੜਾ ਹੈਗਾ ਉਹ ਰੋਕ ਜਿਹੜਾ ਹੈਗਾ ਉਹ ਲਗਾ ਦਿੱਤੀ ਹੈ ਫਿਲਹਾਲ ਹਾਈ ਕੋਰਟ ਨੇ। ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਲਗਾਤਾਰ ਸਾਡੇ ਨਾਲ ਮੌਜੂਦ ਨੇ, ਲਗਾਤਾਰ ਅਪਡੇਟ ਸਾਨੂੰ ਦੇ ਰਹੇ ਨੇ। ਉਮੇਸ਼, ਅਹਿਮ ਫੈਸਲਾ ਹੈਗਾ ਔਰ ਜਦੋਂ ਰਿਵਿਊ ਕਰਨਾ ਹੈ ਤਾਂ ਰਿਵਿਊ ਕਰਨ ਦੇ ਲਈ ਵੀ ਬਕਾਇਦਾ ਹਾਈ ਕੋਰਟ ਨੇ ਕਈ ਸਾਰੇ ਪੁਆਇੰਟਸ ਇਸ ਪੂਰੇ ਮਾਮਲੇ ਦੇ ਵਿੱਚ ਦਿੱਤੇ ਨੇ ਕਿ ਰਿਵਿਊ ਵੀ ਇਕੱਲਾ ਇਹ ਨਹੀਂ ਕਿ ਸਟੇਟ ਗਵਰਨਮੈਂਟ ਰਿਵਿਊ ਕਰ ਲਵੇ ਜਾਂ ਸਟੇਟ ਪੋਲਿਸਿੰਗ ਰਿਵਿਊ ਕਰ ਲਵੇ, ਪੂਰਾ ਜਿਹੜਾ ਹੈਗਾ ਸਿਸਟਮ ਇੱਕ ਬਣਾ ਕੇ ਫਿਰ ਰਿਵਿਊ ਕੀਤਾ ਜਾਵੇ, ਇਹ ਹਿਦਾਇਤ ਵੀ ਦਿੱਤੀ ਗਈ ਹੈ। ਉਮੇਸ਼ ਗਗਨ, ਇਸ ਫੈਸਲੇ ਨੂੰ ਨਾ ਜੇ ਆਪਾਂ ਕਰੀਏ ਤਾਂ ਇਸ ਫੈਸਲੇ ਨੂੰ ਇਹ ਦੇਖਿਆ ਜਾਏ ਕਿ ਜਦੋਂ ਕੋਰਟ ਵਿੱਚ ਇਹ ਇਸ਼ੂ ਆਇਆ ਸੀਗਾ ਔਰ ਇੱਕ ਮਰਡਰ ਹੋਇਆ ਸੀ ਉਸ ਤੋਂ ਬਾਅਦ ਜਿਹੜੇ ਕਈ, ਕਿਉਂਕਿ ਇਹਦੇ ਵਿੱਚ 45 ਐਪਲੀਕੇਸ਼ਨ 45 ਮੰਤਰੀ ਉਸ ਪਟੀਸ਼ਨ ਸੀਗੇ, ਲੇਕਿਨ ਕੋਰਟ ਨੇ ਪੂਰਾ ਓਵਰਆਲ ਇੱਕ ਪ੍ਰੋਟੈਕਟਿਵ ਦੀ ਗੱਲ ਕੀਤੀ ਹੈ ਇੱਥੇ। ਜੀ ਇਸ ਫੈਸਲੇ ਨੂੰ ਇਸ ਤਰੀਕੇ ਨਾਲ ਸਮਝਿਆ ਜਾਣਾ ਚਾਹੀਦਾ ਹੈ। ਕੋਰਟ ਨੇ ਕਿਹਾ ਕਿ ਜਿਹੜੀ ਇਹ ਸੁਰੱਖਿਆ ਦੇਣ ਦਾ ਮਸਲਾ ਹੈ, ਕਿਉਂਕਿ ਜਦੋਂ ਵੀ ਕੋਈ ਸੁਰੱਖਿਆ ਹੈ ਕਿਸੇ ਵੀ ਸਟੇਟ ਦੀ ਹੋਏ, ਭਾਵੇਂ ਪੰਜਾਬ ਦੀ ਹੋਏ, ਹਰਿਆਣਾ ਦੀ ਹੋਏ, ਉਹ ਏਜੰਸੀਆਂ ਦੇ ਇਨਪੁਟ ਤੇ ਡਿਸਾਈਡ ਹੁੰਦੀ ਹੈ। ਇਨਪੁਟਸ ਆਉਂਦਾ ਹੈ, ਪਰਸੈਪਸ਼ਨ ਕੀ ਹੈ, ਥ੍ਰੈਟ ਪਰਸੈਪਸ਼ਨ ਕੀ ਹੈ, ਕਿੰਨੀ ਕੁ ਉਮੇਸ਼ ਸਾਡੇ ਨਾਲ ਮੈਂ ਗੱਲ ਕਰਾਂਗਾ। ਬਲਬੀਰ ਸਿੱਧੂ ਸਾਹਿਬ ਸਾਡੇ ਨਾਲ ਜੁੜ ਰਹੇ ਨੇ। ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹਾਈ ਕੋਰਟ ਦਾ ਵੱਡਾ ਫੈਸਲਾ, ਪਹਿਲਾਂ ਵਾਲੀ ਸਥਿਤੀ ਬਹਾਲ ਰੱਖੀ ਜਾਵੇ ਸੁਰੱਖਿਆ ਨੂੰ ਲੈ ਕੇ, ਤੁਹਾਡਾ ਪਹਿਲਾ ਪ੍ਰਤੀਕਰਮ। ਮੈਂ ਸਭ ਤੋਂ ਪਹਿਲਾਂ ਤਾਂ ਮਾਨਯੋਗ ਹਾਈ ਕੋਰਟ ਦਾ ਬਹੁਤ ਧੰਨਵਾਦੀ ਹਾਂ, ਬਹੁਤ ਥੈਂਕਸ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਅਹਿਮ ਫੈਸਲਾ ਲਿਆ ਹੈ। ਪਰ ਇਹ ਪੰਜਾਬ ਸਰਕਾਰ ਨੂੰ ਬਹੁਤ ਪਹਿਲਾਂ ਜੇ ਫੈਸਲਾ ਪੰਜਾਬ ਸਰਕਾਰ ਲੈਂਦੀ ਤਾਂ ਅੱਜ ਸ਼ਾਇਦ ਅਸੀਂ ਮੂਸੇਵਾਲੇ ਵਰਗਾ ਇੱਕ ਬਹੁਤ ਅੱਛਾ ਕੈਂਡੀਡੇਟ ਵਾਰਡ ਫੇਮਸ ਬੰਦਾ ਸੀ ਉਹ ਨਾ ਕਵਾਉਂਦੇ। ਪਰ ਲੇਕਿਨ ਹਾਈ ਕੋਰਟ ਨੇ ਇੰਟਰਵਿਊ ਕਰਕੇ ਬਹੁਤ ਅੱਛਾ ਫੈਸਲਾ ਕੀਤਾ, ਅਸੀਂ ਧੰਨਵਾਦੀ ਹਾਂ। ਪਰ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੀ ਪ੍ਰੋਟੈਕਸ਼ਨ ਹੈ, ਸੁਰੱਖਿਆ ਹੈਗੀ ਬਹੁਤ ਜ਼ਰੂਰੀ ਹੈਗੀ ਆ, ਕਿਉਂਕਿ ਜੋ ਲੋਕਾਂ ਦੀ ਘੁੰਮਣਾ ਹੈਗਾ, ਕਿਸੇ ਬੰਦੇ ਨਾਲ ਕੋਈ ਮਨਪਸੰਦ ਘਟਨਾ ਵਾਪਰਦੇ ਉਸ ਪਰਿਵਾਰ ਦਾ ਚਿਰਾਗ ਬੁਝ ਜਾਂਦਾ ਹੈ, ਉਸ ਪਰਿਵਾਰ ਵਾਸਤੇ ਅੱਗੇ ਜੀਣਾ ਮੁਸ਼ਕਲ ਹੋ ਜਾਂਦਾ ਹੈ। ਠੀਕ ਹੈ, ਇਸ ਲਈ ਹਾਈ ਕੋਰਟ ਦਾ ਧੰਨਵਾਦ ਹੈ ਕਿ ਉਹਨਾਂ ਨੇ ਇੱਕ ਬਹੁਤ ਅੱਛਾ ਫੈਸਲਾ ਲੈ ਕੇ ਅੱਜ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਜਾਨ ਦੀ ਹਾਮੀ ਭਰੀ ਹੈ। ਕਿਤੇ ਨਾ ਕਿਤੇ ਸਰਕਾਰ ਦੇ ਲਈ ਵੀ ਇੱਕ ਸੁਨੇਹਾ ਹੈਗਾ ਸਿੱਧੂ ਸਾਹਿਬ ਇਸ ਫੈਸਲੇ ਦੇ ਵਿੱਚ। ਇਹ ਸਭ ਲਈ ਸੁਨੇਹਾ ਹੈਗਾ ਕਿ ਜਿਹੜੀਆਂ ਸਰਕਾਰਾਂ ਨੇ, ਜਿਹੜੇ ਲੋਕ ਆਪਣੀ ਮਨਮਰਜ਼ੀ ਕਰਦੇ ਨੇ, ਉਹਨਾਂ ਨੂੰ ਜੇਕਰ ਹਾਈ ਕੋਰਟ ਨੂੰ ਇਸੇ ਕਰਕੇ ਮਸਲਦਾਰੀ ਕਰਨੀ ਪਈ ਨਾ, ਤੇ ਜੇ ਸਰਕਾਰਾਂ ਆਪਣੇ ਲੈਵਲ ਤੇ ਫੈਸਲਾ ਲੈਂਦੀਆਂ ਨਿਰਪੱਖ ਹੋ ਕੇ ਲੈਂਦੇ, ਸ਼ਾਇਦ ਅੱਜ ਇੰਨਾ ਸਮਾਂ ਨਾ ਲੱਗਦਾ। ਠੀਕ ਹੈ ਨਾ, ਬਿਲਕੁਲ ਬਿਲਕੁਲ। ਸੋ ਕਿਤੇ ਨਾ ਕਿਤੇ ਫੈਸਲਾ ਜਿਹੜਾ ਹੈਗਾ ਉਹ ਸਰਕਾਰਾਂ ਲਈ ਵੀ ਸੁਣਾਇਆ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਸਾਡੇ ਨਾਲ ਗੱਲ ਕਰਨ ਲਈ। ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਸਾਡੇ ਨਾਲ ਗੱਲ ਕਰ ਰਹੇ ਸੀਗੇ। ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਨੇ ਬਲਬੀਰ ਸਿੰਘ ਸਿੱਧੂ, ਸਿਹਤ ਮੰਤਰੀ ਰਹੇ ਨੇ, ਤੇ ਉਹਨਾਂ ਨੇ ਕਿਹਾ ਕਿ ਸਿੱਧੇ ਤੌਰ ਤੇ ਸਰਕਾਰਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਇਸ ਤਰੀਕੇ ਦਾ ਫੈਸਲਾ ਜਿਹੜਾ ਹੈਗਾ ਅੱਜ ਹਾਈ ਕੋਰਟ ਦੇ ਫੈਸਲੇ ਦਾ ਉਹਨਾਂ ਨੇ ਸਵਾਗਤ ਕੀਤਾ ਹੈ। ਨਾਲ ਹੀ ਇਹ ਵੀ ਕਿਹਾ ਕਿ ਸਮੀਖਿਆ ਜਿਹੜੀ ਹੈਗੀ ਹੈ ਉਹ ਤਰੀਕੇ ਨਾਲ ਹੋਣੀ ਚਾਹੀਦੀ ਹੈ। ਸਿਰਫ ਇਹ ਨਹੀਂ ਕਿ ਸਿਰਫ ਇੱਕ ਤਰੀਕੇ ਨਾਲ ਸੋਚ ਕੇ ਜਾਂ ਇੱਕ ਸਿਆਸੀ ਤਰੀਕੇ ਨਾਲ ਸੋਚ ਕੇ ਇਸ ਨੂੰ ਫੈਸਲਾ ਲੈ ਲਿਆ ਜਾਵੇ, ਪੂਰੇ ਤਰੀਕੇ ਜਿਹੜਾ ਹੈਗਾ ਸਮੀਖਿਆ ਜਿਹੜੀ ਹੈਗੀ ਉਹ ਕੀਤੀ ਜਾਣੀ ਚਾਹੀਦੀ ਹੈ। ਬਲਬੀਰ ਸਿੰਘ ਸਿੱਧੂ ਸਾਡੇ ਨਾਲ ਜੁੜੇ ਹੋਏ ਸੀਗੇ, ਬੀਜੇਪੀ ਆਗੂ ਇਸ ਵੇਲੇ ਨੇ ਤੇ ਕਾਂਗਰਸ ਸਰਕਾਰ ਦੇ ਵਿੱਚ ਸਿਹਤ ਮੰਤਰੀ ਸੀਗੇ ਬਲਬੀਰ ਸਿੰਘ ਸਿੱਧੂ, ਤੇ ਅੱਜ ਇਸ ਫੈਸਲੇ ਤੇ
ਹਾਈ ਕੋਰਟ ਦੇ ਫੈਸਲੇ ਦਾ ਉਹਨਾਂ ਨੇ ਸਵਾਗਤ ਕੀਤਾ ਹੈ। ਵੱਡਾ ਫੈਸਲਾ ਹਾਈ ਕੋਰਟ ਦਾ ਤੇ ਸਿੱਧੇ ਤੌਰ ਤੇ ਹਾਈ ਕੋਰਟ ਨੇ ਕਿਹਾ ਕਿ ਸਮੀਖਿਆ ਵੀ ਜਿਹੜੀ ਹੈਗੀ ਉਹ ਬਹੁਤ ਸੋਚ ਸਮਝ ਕੇ, ਬਹੁਤ ਤਰੀਕੇ ਦੇ ਨਾਲ, ਔਰ ਉਸ ਤਰੀਕੇ ਦੇ ਵਿੱਚ ਕੀ ਹੋਏਗਾ, ਸਟੇਟ ਏਜੰਸੀਜ਼ ਦਾ ਇਨਪੁਟ ਇੱਕ, ਦੂਜਾ ਕੀ ਹੋਏਗਾ, ਸੈਂਟਰ ਏਜੰਸੀਜ਼ ਦਾ ਇਨਪੁਟ, ਤੀਜਾ ਹੋਏਗਾ ਉਸ ਸ਼ਖਸ ਦਾ ਰੁਤਬਾ ਕੀ ਹੈਗਾ, ਉਸਦੀ ਰਿਕੁਆਇਰਮੈਂਟ ਕੀ ਹੈਗੀ ਹੈ, ਕਿੰਨੀ ਸੁਰੱਖਿਆ ਦੀ ਉਸ ਨੂੰ ਲੋੜ ਹੈ। ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਫਿਰ ਜਿਹੜਾ ਹੈਗਾ ਸੁਰੱਖਿਆ ਘਟਾਣੀ ਹੈ ਜਾਂ ਸੁਰੱਖਿਆ ਵਧਾਣੀ ਹੈ, ਇਸ ਤੇ ਫੈਸਲਾ ਜਿਹੜਾ ਹੈਗਾ ਉਹ ਲਿਆ ਜਾਵੇ। ਉਮੇਸ਼ ਲਗਾਤਾਰ ਮੇਰੇ ਨਾਲ ਮੌਜੂਦ ਨੇ, ਮੇਰੇ ਸਹਿਯੋਗੀ। ਉਮੇਸ਼, ਆਪਣੇ ਆਪ ਵਿੱਚ ਅਹਿਮ ਹੈਗਾ ਕਿਉਂਕਿ 45 ਪਟੀਸ਼ਨਰ ਜਦੋਂ ਪਟੀਸ਼ਨ ਪਾਉਂਦੇ ਨੇ, ਔਰ ਉਹ ਵੀ ਅਜਿਹੇ ਮਾਹੌਲ ਦੇ ਵਿੱਚ ਜਿਸ ਤਰੀਕੇ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ, ਕਤਲ ਹੋਇਆ ਔਰ ਉਸ ਤੋਂ ਬਾਅਦ ਪਟੀਸ਼ਨਸ ਪਾਈਆਂ ਗਈਆਂ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਫੈਸਲਾ ਅੱਜ ਜਿਹੜਾ ਹੈਗਾ ਉਹ ਸਾਹਮਣੇ ਆਉਂਦਾ ਹੈ। ਉਮੇਸ਼ ਉਮੇਸ਼ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ। ਉਮੇਸ਼ ਲਗਾਤਾਰ ਸਾਨੂੰ ਅਪਡੇਟਸ ਦੇ ਰਹੇ ਨੇ, ਹਾਈ ਕੋਰਟ ਦੇ ਵਿੱਚ ਮੌਜੂਦ ਨੇ, ਲਗਾਤਾਰ ਇਸ ਫੈਸਲੇ ਦੇ ਕੀ ਪਹਿਲੂ ਨੇ, ਕੀ ਅਹਿਮ ਪੱਖ ਨੇ ਇਸ ਪੂਰੇ ਫੈਸਲੇ ਦੇ, ਉਮੇਸ਼ ਦੱਸ ਰਹੇ ਨੇ ਲਗਾਤਾਰ ਕਾਨੂੰਨੀ ਜਿਹੜੇ ਨੁਕਤੇ ਨੇ ਇਸ ਦੇ ਵਿੱਚ ਕੀ ਕੁਝ ਨੇ, ਕਿਸ ਤਰੀਕੇ ਜਿਹੜਾ ਹੈਗਾ ਇਹ ਫੈਸਲਾ ਅਹਿਮ ਰਹਿਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਰਕਾਰਾਂ ਦੇ ਲਈ ਵੀ, ਪ੍ਰਸ਼ਾਸਨਿਕ ਅਧਿਕਾਰੀਆਂ ਦੇ ਲਈ ਵੀ, ਸਿਆਸੀ ਆਗੂਆਂ ਦੇ ਲਈ ਵੀ, ਹਰੇਕ ਨਜ਼ਰੀਏ ਨਾਲ ਇਹ ਫੈਸਲਾ ਕਾਫੀ ਅਹਿਮ ਰਹਿਣ ਵਾਲਾ ਹੈ। VVIP ਸਿਕਿਉਰਿਟੀ ਜਿਹੜੀ ਹੈਗੀ ਹੈ ਉਸ ਨੂੰ ਮੁੜ ਬਹਾਲ ਕਰਨ ਦੇ ਆਦੇਸ਼ ਦਿੱਤੇ ਗਏ ਨੇ, ਸੁਰੱਖਿਆ ਕਟੌਤੀ ਤੇ ਰੋਕ ਲਗਾ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ। ਸਮੀਖਿਆ ਤੋਂ ਬਾਅਦ ਅਗਲਾ ਫੈਸਲਾ ਸਰਕਾਰ ਲਵੇ। ਹਾਈ ਕੋਰਟ ਨੇ ਬੜਾ ਸਪਸ਼ਟ ਕਰ ਦਿੱਤਾ ਹੈ, ਜਾਣਕਾਰੀ ਜਨਤਕ ਕਰਨ ਦੇ ਨਾਲ ਕਈਆਂ ਦੀ ਜਾਨ ਜਿਹੜਾ ਹੈਗਾ ਉਹ ਖਤਰੇ 'ਚ ਪਈ ਤੇ ਇਸ ਦਾ ਫਾਇਦਾ ਗਲਤ ਅੰਸਰ ਜਿਹੜਾ ਹੈਗਾ ਇਸ ਦਾ ਫਾਇਦਾ ਲੈ ਸਕਦੇ ਨੇ, ਗਲਤ ਅੰਸਰ ਇਸ ਦਾ ਫਾਇਦਾ ਚੁੱਕ ਸਕਦੇ ਨੇ। ਤੇ ਇਹ ਆਪਣੇ ਆਪ ਵਿੱਚ ਧਿਆਨ ਦੇਣ ਵਾਲੀ ਗੱਲ ਹੈ ਕਿ ਜਦੋਂ ਇਸ ਤਰੀਕੇ ਦਾ ਫੈਸਲਾ ਲਿਆ ਜਾਵੇ ਤਾਂ ਉਸ ਤੇ ਦਸਤਾਵੇਜ਼, ਉਸ ਤੇ ਕਾਗਜ਼ਾਤ ਜਨਤਕ ਨਾ ਕੀਤੇ ਜਾਣ। ਸਿੱਧੇ ਤੌਰ ਤੇ ਹਾਈ ਕੋਰਟ ਨੇ ਕਿਹਾ, ਔਰ ਤਕਰੀਬਨ 45 ਪਟੀਸ਼ਨ ਜਿਹੜਾ ਹੈਗਾ ਇਸ ਦੇ ਵਿੱਚ ਪਈਆਂ ਸਨ ਇਸ ਪੂਰੇ ਮਾਮਲੇ ਦੇ ਵਿੱਚ, ਔਰ 45 ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਅੱਜ ਹਾਈ ਕੋਰਟ ਨੇ ਅਹਿਮ ਫੈਸਲਾ ਲਿਆ, ਸੁਰੱਖਿਆ ਕਟੌਤੀ ਤੇ ਰੋਕ ਲਗਾ ਦਿੱਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ। ਤੇ ਜਿਸ ਤਰੀਕੇ ਇਹ ਫੈਸਲਾ ਸਾਹਮਣੇ ਆਇਆ ਹੈ, ਆਪਣੇ ਆਪ ਵਿੱਚ ਵੱਡਾ ਫੈਸਲਾ ਹਾਈ ਕੋਰਟ ਦਾ, ਸਭ ਦੀ ਸੁਰੱਖਿਆ ਮੁੜ ਬਹਾਲ ਕਰਨ ਦੇ ਆਦੇਸ਼ ਦਿੱਤੇ ਗਏ ਨੇ। ਸਮੀਖਿਆ ਤੋਂ ਬਾਅਦ ਹੀ ਹੁਣ ਅਗਲਾ ਫੈਸਲਾ ਲਵੇ ਸਰਕਾਰ। ਸਿੱਧੇ ਤੌਰ ਤੇ ਹਾਈ ਕੋਰਟ ਨੇ ਕਹਿ ਦਿੱਤਾ ਹੈ, ਜਾਣਕਾਰੀ ਜਨਤਕ ਕਰਨ ਦੇ ਨਾਲ ਕਈ ਖਤਰੇ ਦੇ ਘੇਰੇ ਵਿੱਚ ਆਏ ਤੇ ਇਸ ਦਾ ਫਾਇਦਾ ਜਿਹੜਾ ਹੈਗਾ ਗਲਤ ਅੰਸਰ ਜਿਹੜਾ ਹੈਗਾ ਉਹ ਚੁੱਕ ਲੈਂਦੇ ਨੇ। ਹਾਈ ਕੋਰਟ ਨੇ ਇਹ ਵੀ ਕਿਹਾ, ਟਿੱਪਣੀ ਜਿਹੜਾ ਹੈਗਾ ਇਹ ਵੀ ਕੀਤੀ ਹੈ, ਔਰ VVIP ਸੁਰੱਖਿਆ ਤੇ ਹਾਈ ਕੋਰਟ ਦਾ ਇਹ ਵੱਡਾ ਫੈਸਲਾ ਅੱਜ ਸਾਹਮਣੇ ਆਇਆ ਜਿਸ ਦੇ ਵਿੱਚ 45 ਦੇ ਕਰੀਬ ਪਟੀਸ਼ਨਰ ਸੀਗੇ ਜਿਨ੍ਹਾਂ ਨੇ ਪਟੀਸ਼ਨ ਪਾਈ ਸੀਗੀ ਸਰਕਾਰ ਦੇ ਫੈਸਲੇ ਦੇ ਖਿਲਾਫ, ਤੇ ਸਮੀਖਿਆ ਤੋਂ ਬਾਅਦ ਹੁਣ ਅਗਲਾ ਫੈਸਲਾ ਸਰਕਾਰ ਲਵੇ, ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ।